ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਭਰਦਿਆਂ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਮੁੱਚੇ ਸਿੱਖ ਜਗਤ ਨੇ ਸਿੱਖੀ ਦੇ ਬਾਨੀ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਪਾਵਨ ਪ੍ਰਕਾਸ਼ ਗੁਰਪੁਰਬ ਬਹੁਤ ਚਾਅ ਉਮਾ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਹੈ। ਖਾਸ ਕਰਕੇ ਕੋਵਿਡ ਤੋਂ ਬਾਅਦ ਇਹ ਪਹਿਲਾ ਗੁਰਪੁਰਬ ਹੈ ਜਦੋਂ ਥੋੜਾ ਜਿਹਾ ਸਾਨੂੰ ਗੁਰੂ ਘਰਾਂ ਵਿੱਚ ਜੁੜਨ ਦਾ, ਜੋੜ ਮੇਲੇ ਕਰਨ ਦਾ ਇਸ ਭਾਗ ਪ੍ਰਾਪਤ ਹੋਇਆ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਮਾਤ ਲੋਕ ਵਿੱਚ ਆਏ। ਉਹਨਾਂ ਨੇ ਧਿਆਨ ਲਾ ਕੇ ਇਸ ਕਾਰਨ ਨੂੰ ਬੁੱਝਿਆ ਸੀ ਕਿ ਜਗਤ ਦੇ ਸੜਨ ਦਾ ਕਾਰਨ ਕੀ ਹੈ। ਜਗਤ ਦੇ ਵਿੱਚ ਗੁਬਾਰ ਕਿਉਂ ਹੈ? ਇਹ ਜਿਹੜਾ ਧੁੰਦੂਕਾਰਾ ਹੈ, ਇਹਦਾ ਸਮਾਧਾਨ ਕੀ ਹੈ? ਤਾਂ ਇੱਕ ਬੜੀ ਛੋਟੀ ਜਿਹੀ ਬੁਝਾਰਤ ਸੀ ਕਿ ਸੰਸਾਰ ਨੂੰ ਕਿਸੇ ਗਿਆਨ ਦੇਣ ਵਾਲੇ ਦਾਤੇ ਦੀ ਜ਼ਰੂਰਤ ਹੈ। ਅੱਜ ਤੁਸੀਂ ਵੇਖੋਗੇ ਇੱਕ ਸ਼ਬਦ ਬੋਲਿਆ ਜਾਂਦਾ ਡੈਮੋ। ਤੁਸੀਂ ਕੌਫੀ ਵਾਲੀ ਮਸ਼ੀਨ ਲੈ ਕੇ ਆਓ, ਕੱਪੜੇ ਧੋਣ ਵਾਲੀ ਮਸ਼ੀਨ ਲੈ ਕੇ ਆਓ, ਤੁਸੀਂ ਫਰਿੱਜ ਲੈ ਕੇ ਆਓ, ਟੀਵੀ ਲੈ ਕੇ ਆਓ, ਬਕਾਇਦਾ ਤੁਹਾਨੂੰ ਉੱਥੇ ਡੈਮੋ ਦਿੱਤਾ ਜਾਂਦਾ ਵੀ ਇਹਨੂੰ ਵਰਤਣਾ ਕਿਵੇਂ ਹੈ। ਇਹ ਗੱਲ ਮੁਸਲਮਾਨਾਂ ਨੇ ਵੀ ਕਹੀ ਸੀ ਕਿ ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ, ਕਿ ਅੱਲਾ ਨੇ ਬਹੁਤ ਵੱਡਾ ਸਾਂਗ ਰਚਿਆ। ਇਸ ਕੁਦਰਤ ਦੇ ਭੇਦ ਨੂੰ ਕੋਈ ਵੀ ਨਹੀਂ ਜਾਣਦਾ।
ਅੱਜ ਵੀ ਜਿਹੜੇ ਸਾਡੀ ਸੋਚ, ਸਾਡੇ ਦਿਲੋਂ ਦਿਮਾਗ ਵਿੱਚ ਗੁਰੂ ਦੇ ਅਰਥ ਨੇ, ਉਹ ਇਉਂ ਹੀ ਸਮਝ ਲਓ ਕਿ ਸਾਡੀ ਆਪਣੀ ਮੱਤ ਮੁਤਾਬਕ ਹੀ ਨੇ। ਜਿੰਨੀ ਅਕਲ ਦੇ ਅਸੀਂ ਮਾਲਕ ਆ, ਉੱਡਾ ਕੀ ਵੱਡਾ ਅਸੀਂ ਗੁਰੂ ਨਿਰਧਾਰਿਤ ਕੀਤਾ ਹੋਇਆ ਹੈ। ਗੁਰੂ ਕੌਣ ਸੀ? ਗੁਰੂ ਉਹ ਹੈ ਜਿਹੜਾ ਕੇਵਲ ਸਾਨੂੰ ਮਨੁੱਖਾਂ ਨੂੰ ਅਗਵਾਨੀ ਹੀ ਨਹੀਂ ਦਿੰਦਾ। ਤੁਸੀਂ ਵੇਖੋ ਕਿ ਉਸ ਨੂੰ ਪੂਰੇ ਬ੍ਰਹਿਮੰਡ ਦਾ, ਪੂਰੀ ਪ੍ਰਕਿਰਤੀ ਦਾ, ਪੂਰੀ ਕਾਇਨਾਤ ਦਾ ਖੁਦ ਆਪ ਨੂੰ ਗਿਆਤ ਸੀ, ਸੋਝੀ ਸੀ, ਸਮਝ ਸੀ। ਅੱਜ ਵੀ ਜਦੋਂ ਅਸੀਂ ਗੁਰੂ ਦੇ ਅਰਥ ਦੁਨੀਆ ਵਿੱਚ ਲੱਭਣ ਜਾਂਦੇ ਹਾਂ ਤੇ ਹਰ ਪ੍ਰੋਫੈਸ਼ਨ ਦਾ ਕੋਈ ਨਾ ਕੋਈ ਗੁਰੂ ਹੈ। ਮੈਂ ਤਾਂ ਬਹੁਤ ਵਾਰੀ ਬੇਨਤੀ ਕੀਤੀ ਕਿ ਕਦੇ ਨਿੱਕੇ ਹੁੰਦਿਆਂ ਸੁਣਦੇ ਸੀ ਵੀ ਅੱਖਾਂ ਦਾ, ਕੰਨ ਦਾ ਤੇ ਨੱਕ ਦਾ ਇੱਕੋ ਹੀ ਡਾਕਟਰ ਹੁੰਦਾ ਹੈ। ਫਿਰ ਪਤਾ ਲੱਗਾ ਵੀ 3 ਹੁੰਦੇ ਨੇ। ਹੁਣ ਜਾ ਕੇ ਪਤਾ ਲੱਗਾ ਵੀ ਅੱਖਾਂ ਦੇ ਵੀ 2 ਡਾਕਟਰ ਹੁੰਦੇ ਨੇ। ਸੱਜੀ ਅੱਖ ਦਾ ਡਾਕਟਰ ਹੋਰ ਹੈ, ਖੱਬੀ ਦਾ ਹੋਰ ਹੈ। ਕੋਈ ਥਾਂ ਹੈ ਹੀ ਨਹੀਂ, ਕੋਈ ਸੀਮਾ ਹੀ ਨਹੀਂ ਹੈ। ਜੇ ਆਪਾਂ ਕੀ ਕਹਿੰਦੇ ਵੀ ਦੁਨੀਆ ਦਾ ਗਿਆਨ ਬੰਦੇ ਨੇ ਪਾ ਲਿਆ ਹੈ, ਦਾਵਾ ਤੇ ਬੰਦਾ ਰੱਬ ਦਾ ਕਰਕੇ ਬੈਠਾ ਹੈ। ਸਭ ਕਹਤੇ हैं पाया। ਇਹ ਗੱਲ ਮੁਸਲਮਾਨਾਂ ਨੇ ਕਹੀ ਸੀ ਕਿ ਪੁੱਛਣ ਫੋਲ ਕਿਤਾਬ ਨੂੰ ਕਿ ਇਹ ਜਿਹੜੀ ਤੇਰੀ ਪੋਥੀ ਹੈ, ਜਿਹੜਾ ਤੇਰਾ ਗ੍ਰੰਥ ਹੈ ਨਾਨਕ, ਇਹ ਦੱਸ ਵੀ ਇਹ ਕੀ ਕਹਿੰਦਾ ਹੈ, ਤੇਰੀ ਪੜ੍ਹਾਈ ਕੀ ਕਹਿੰਦੀ ਹੈ, ਤੇਰਾ ਗਿਆਨ ਕੀ ਕਹਿੰਦਾ ਹੈ। ਤਾਂ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ 9 ਖੰਡ ਪ੍ਰਿਥਵੀ ਦਾ ਉਦਾਰ ਕੀਤਾ, 4 ਚੱਕਾਂ ਦਾ ਉਦਾਰ ਕੀਤਾ, ਔਰ ਇਹ ਗੱਲ ਮੰਨੀ ਸੰਸਾਰ ਨੇ कि तारे गिने जात हैं ना तारे गिने जात हैं। आकाश दे तारिਆਂ ਨੂੰ कोई गिन सकता है, हो सकता है कोई दिन ऐसा आवे ज्ञान विज्ञान साइंस इन्नी तरक्की कर जाए, पर गुरु नानक जी दे तारिਆਂ ਦੀ, ਉਦਾਰਿਆਂ ਦੀ गिनती नहीं हो सकती। समय की एक अपनी सीमा है। मैं बहुता समा नहीं आप जी का लेना। मैं तो सिर्फ जिदा आया एक दर्शन करने, गुरु घर विच मत्था टेकना, एक यही मेरा मकसद होता है। क्योंकि एक हफ्ते लिए आके तुसी बहुत कुछ सोचना भी जिहड़ा है वो वाजिब नहीं है। ना बहुत कुछ बोलिया जा सकता है, ना बहुत कुछ हो सकता है। तुहाडी असीस लैनी, गुरु घर की बख्शिश लैनी, सिर्फ मेरा एक छोटा जिहा एक मकसद होंदा है। सतगुरु जी दे पहला सानू उस रूप ਨੂੰ ਸਮਝਣ ਦੀ ਲੋੜ ਹੈ। ਕਿਉਂਕਿ ਸਤਿਗੁਰੂ ਦੀ ਬਾਣੀ 'ਚ ਜਦੋਂ ਰੱਬ ਦੇ ਬਾਰੇ ਵੀ ਦੱਸਿਆ ਤਾਂ ਉਦੋਂ ਇੱਕ ਗੱਲ ਸਾਨੂੰ ਸਮਝਾਈ ਹੈ ਕਿ ਜੇਵੜ ਆਪ ਤੇਵੜ ਤੇਰੀ ਦਾਤ। ਉਹ ਹੈ ਕਿੰਨਾ ਵੱਡਾ ਹੈ। ਫਿਰ ਸਤਿਗੁਰੂ ਕਹਿੰਦੇ ਜਿੰਨਾ ਵੱਡਾ ਹੈ ਉਨੀਆਂ ਵੱਡੀਆਂ ਉਹਦੀਆਂ ਦਾਤਾਂ ਨੇ ਵੀ, ਦਾਤਾਂ ਵੀ ਨੇ ਭਾਈ।
ਔਰ ਉਹਦੀ ਦਾਤਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਫਿਰ ਪਤਾ ਲੱਗਦਾ ਕਿ ਜਿਨ ਦਿਨ ਕਰਕੇ ਕੀਤੀ ਰਾਤ। ਹੈ ਕੋਈ ਦੁਨੀਆ ਦਾ ਇੱਦਾਂ ਏਡਾ ਵੱਡਾ ਕਿ ਕੋਈ ਦਿਨ ਤੇ ਰਾਤ ਬਣਾ ਦੇਵੇ? ਉਸ ਪਰਮਾਤਮਾ ਨੇ ਬਣਾਏ ਨੇ, ਰੁੱਤਾਂ ਬਣਾਈਆਂ ਨੇ, ਦਿਨ ਬਣਾਏ ਨੇ, ਰਾਤਾਂ ਬਣਾਈਆਂ ਨੇ। ਫਿਰ ਉਹਦੇ ਵਿੱਚ ਰੁੱਤਾਂ ਦੀ ਤਬਦੀਲੀ ਹੁੰਦੀ ਹੈ, ਸਮੇਂ ਦੀ ਤਬਦੀਲੀ ਹੁੰਦੀ ਹੈ, ਦਿਨਾਂ ਦੇ ਘਟਣ ਵਧਣ ਦਾ ਉਹਦੇ ਵਿੱਚ ਇੱਕ ਕੈਲੰਡਰ ਹੈ, ਇੱਕ ਮੈਥ ਹੈ ਉਹਦੇ ਵਿੱਚ। ਔਰ ਦੁਨੀਆ ਉਹਦੇ ਵਿੱਚ ਅਜੇ ਵੀ ਉਲਝੀ ਹੋਈ ਹੈ। ਹੁਣ ਸਾਡੇ ਕੋਲੋਂ ਮਹੀਨੇ ਤੇ ਸਾਲ ਨਹੀਂ ਅਜੇ ਤੱਕ ਫਿਕਸ ਹੋ ਸਕੇ ਕਿ ਅਸੀਂ ਲੀਪ ਦਾ ਸਾਲ ਬਣਾ ਲਿਆ। ਇਹ ਫਿਰ ਕੁਝ ਸਾਲਾਂ ਬਾਅਦ ਇਹ ਵੀ ਆਉਂਦਾ ਵੀ ਸਾਨੂੰ ਉਹ ਵੀ ਇੱਕ ਦਿਨ ਖਤਮ ਕਰਨਾ ਪੈਂਦਾ, ਨਹੀਂ ਤਾਂ ਸਾਰਾ ਜਿਹੜਾ ਸਾਡਾ ਕਾਊਂਟਿੰਗ ਦਾ ਹਿਸਾਬ ਹੈ ਉਹ ਵਿਗੜ ਜਾਂਦਾ ਹੈ। ਸਾਡੀ ਸਿਰਫ ਗਲਤੀ ਇੱਥੇ ਕੁ ਰਹਿ ਗਈ ਕਿ ਅਸੀਂ ਕੁਝ ਤਾਂਤਰਿਕ ਲੋਕਾਂ ਤੋਂ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਧਰਮ ਦੇ ਵਿੱਚ ਐਸਾ ਕੋਈ ਅੰਧ ਵਿਸ਼ਵਾਸ ਨਹੀਂ ਹੈ। ਔਰ ਉਹ ਲੋਕ ਜਿਹੜੇ ਤਾਂਤਰਿਕ ਵਿਦਿਆ ਤੋਂ ਪ੍ਰਭਾਵਿਤ ਨੇ ਉਹ ਤਾਂ ਕਦੇ ਵੀ ਨਹੀਂ ਸਮਝ ਸਕਣਗੇ ਵੀ ਗੁਰੂ ਕਿਹਨੂੰ ਕਹਿੰਦੇ ਨੇ। ਮੈਨੂੰ ਖਿਮਾ ਕਰਨਾ, ਉਹ ਤਾਂ ਗੁਰਦੁਆਰੇ ਵੀ ਆਉਂਦੇ ਨੇ ਤੇ ਉਹਨਾਂ ਦੇ ਹਿਸਾਬ ਨਾਲ ਆਉਂਦੇ ਨੇ। ਕਿ ਸੋਮਵਾਰ ਕਿਵੇਂ ਜਾਣਾ ਹੈ, ਮੰਗਲਵਾਰ ਕਿਵੇਂ ਜਾਣਾ ਹੈ, ਬੁੱਧਵਾਰ ਕਿਵੇਂ ਜਾਣਾ ਹੈ, ਵੀਰਵਾਰ ਕਿਵੇਂ ਜਾਣਾ ਹੈ। ਗੁਰੂ ਜੀ ਨੇ ਸਾਨੂੰ ਬਹੁਤ ਸੌਖਾ ਜਿਹਾ, ਸਾਦਾ ਜਿਹਾ ਇੱਕ ਰਸਤਾ ਦਿੱਤਾ ਹੈ। ਉਹਦੇ ਵਿੱਚ ਬੜਾ ਸੌਖਾ ਜਿਹਾ ਪਾਠ ਸੀ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਰੱਬ ਦੀ ਇਬਾਦਤ ਕਰਨੀ ਤਾਂ ਚੰਗੇ ਕੰਮ ਕਰਨੇ, ਧਰਮ ਇੰਨਾ ਹੀ ਹੈ। ਹੁਣ ਇਹਨਾਂ ਦੋਨਾਂ ਨੂੰ ਤੁਸੀਂ ਜਦੋਂ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਹੈ, ਲਾਗੂ ਕਰਨਾ ਹੈ, ਉਹਦੇ ਲਈ ਫਿਰ ਤੁਹਾਨੂੰ ਕਿਸੇ ਚੰਗੀ ਸੰਗਤ ਦੀ, ਚੰਗੀ ਸੁਸਾਇਟੀ ਦੀ ਬਹੁਤ ਵੱਡੀ ਲੋੜ ਹੈ। ਇਕੱਲੇ ਨਹੀਂ ਤੁਸੀਂ ਕਰ ਸਕਦੇ। ਚੰਗੇ ਕੰਮ ਕਰਨ ਲਈ ਇੱਕ ਚੰਗੀ ਸੁਸਾਇਟੀ ਚਾਹੀਦੀ। ਮਾੜੇ ਬੰਦਿਆਂ ਵਿੱਚ ਚੰਗਾ ਕੰਮ ਹੋ ਹੀ ਨਹੀਂ ਸਕਦਾ। ਉਸ ਪਰਮੇਸ਼ਰ ਪਰਮਾਤਮਾ ਦੀ ਇਬਾਦਤ ਤਾਂ ਕਿ ਤੁਹਾਨੂੰ ਉਹ ਸ਼ਕਤੀ, ਉਹ ਤਾਕਤ ਮਿਲ ਸਕੇ ਕਿ ਤੁਸੀਂ ਨਿਰਮਲ ਕਰਮ ਕਰ ਸਕੋ। ਕਿਉਂਕਿ ਪਹਿਲਾਂ ਤੁਹਾਡੇ ਆਪਣੇ ਖੁਦ ਵਿੱਚ ਹਿੰਮਤ ਹੋਣੀ ਚਾਹੀਦੀ ਹੈ। ਨਹੀਂ ਤਾਂ ਜਿਹੜਾ ਪਰਮਾਤਮਾ ਹੈ ਉਹਨੂੰ ਇਸ ਗੱਲ ਦੀ ਕੋਈ ਉਹ ਕਾਂਖਾ ਨਹੀਂ ਹੈ। ਇਹ ਲਿਖਿਆ ਬਾਣੀ 'ਚ ਕਿ ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਕੋਈ ਇਸ ਗੱਲ ਦਾ ਭੁੱਖਾ ਥੋੜਾ ਵੀ ਆਪਾਂ ਸਾਰੇ ਵਾਹਿਗੁਰੂ ਕਵਾਂਗੇ ਤੇ ਵਾਹਿਗੁਰੂ ਹੈਗਾ ਹੈ। ਜੇ ਅਸੀਂ ਨਹੀਂ ਕਵਾਂਗੇ ਤੇ ਵਾਹਿਗੁਰੂ ਨਹੀਂ ਹੈਗਾ, ਉਹਦੀ ਹੋਂਦ ਨੂੰ ਖਤਰਾ ਹੋ ਜਾਏਗਾ। ਨਹੀਂ, ਉਹਦੀ ਹੋਂਦ ਨੂੰ ਕੋਈ ਖਤਰਾ ਨਹੀਂ ਹੈ। ਅਸੀਂ ਕਹੀਏ ਤਾਂ ਵੀ ਹੈਗਾ, ਨਾ ਕਹੀਏ ਤਾਂ ਵੀ ਹੈਗਾ। ਇਹ ਤਾਂ ਜਦੋਂ ਵੀ ਅਸੀਂ ਕਹਿਣਾ ਹੈ ਉਦੋਂ ਆਪਣੇ ਭਲੇ ਵਾਸਤੇ ਕਹਿਣਾ ਹੈ, ਆਪਣੇ ਨਿੱਜ ਦੇ ਭਲੇ ਵਾਸਤੇ। ਹੁਣ ਸਤਿਗੁਰੂ ਜੀ ਨੇ ਜਿਹੜਾ ਸਾਨੂੰ ਧਰਮ ਦਿੱਤਾ ਹੈ ਉਹਦੇ ਵਿੱਚ ਬੜਾ ਸੌਖਾ ਜਿਹਾ ਪਾਠ ਸਾਨੂੰ ਪੜ੍ਹਾਇਆ ਸੀ ਕਿ ਭਾਈ ਤੂੰ ਚੰਗੇ ਕੰਮ ਕਰਨੇ ਨੇ। ਸਾਰੇ ਧਰਮਾਂ ਦਾ ਸ੍ਰੇਸ਼ਟ ਧਰਮ ਸਿਰਫ ਇੰਨਾ ਹੀ ਹੈ। ਇਸੇ ਕਰਕੇ ਜਿਹੜੇ 3 ਸਿਧਾਂਤ ਸਾਨੂੰ ਪ੍ਰਾਪਤ ਹੋਏ, ਪਹਿਲਾ ਸੀ ਕਿਰਤ ਕਰਨਾ।
मैं तो बहुत बारी बेनती करदा, मैं तो मंजी साहब तो भी कीती सी भी असीं सरबत दे भले दी अरदास करदे आ, पर जे बिठा के पुछया जाए भी करदे किहदा हो, सरबत दे भले दी अरदास करनी होर चीज़ है, पर जिन्हों बिठा के पूछया जाए भी तू दस किहदा कीता है, अपने बच्चों का कीता है, अपने माँ प्यो का कीता है, भैणां भरावां का कीता है, जां अपणिਆਂ तो जां अपने आप तो बाहर निकल के किसी होर का भी कीता है। इस करके जिहड़ा गुरु नानक का सिद्धांत है वो है कि सच्चों उरै सब को ऊपर सच आचार, जिहड़ा सच का आचार है, करैक्टर है, वो सच बोलने तो बहुत अगे है। गुरु नानक साहब का जिहड़ा धर्म है करनी प्रधान धर्म है, इस करके पहला उपदेश ही ऐसी भी तू किरत करनी है। वेलड़ गुरु नानक का सिख नहीं हो सकता, तो किरती लुटेरा नहीं हो सकता। जिन्हों ये विश्वास है कि मैं कमा के खा सकता, उन्होंने लुट के खाने की की लोड़ है। जिन्हों ये विश्वास है कि मैं कमा के खा सकता, उन्होंने मंग के खाने की की लोड़ है। सिख वो है ना लुटेरा है ना मंगता है। दूजा है नाम जपना। नाम किहदा जपना है? जिहड़ा सारियां दे विच है, जिहड़ा सारियां दे विच है। अगर तुसीं उहदा नाम जपना है तो तुहानूं सारियां नूं प्यार करना पेगा। सिख वो है जिहड़ा सारियां नूं प्यार करदा है ते नफरत किसी नूं नहीं करदा। सारियां नूं प्यार करन वाला किसी नूं नफरत नहीं कर सकदा, है ही नहीं साडे घर विच। सिख दे जीवन विच ये दो चीज़ां दा बहुत वड्डा थां है। तीसरा है वंड छकना। वंड छकण वाले नूं जिन्हें खुद वंड के छकना है, उन्होंने किसी को खोण की की लोड़ है? उन्होंने किसी नाल बेईमानी करके लियाउण दी अपने घर की लोड़ है? क्योंकि वो तो खुद आप शेयर करने लई तैयार बैठा है। जिहड़ा अपने कोलों शेयर करने लई तैयार है, स्टोरेज नहीं कर सकता, उन्होंने इकट्ठा करने की लोड़ नहीं है। वड्ड के तो अपने कोलों छकना है ना, जिहड़ा तुहाडे कोल है उन्होंने दूजिआं नाल शेयर करना है तुसीं। और जिन्हां ने भी इन्हां गुरु साहब के सिद्धांतां ते अमल किया है, असल च उही सचमुच गुरु नानक साहब दे सिख होए ने भाई। और तीन गल्लां ते तुसीं खुद कदे आप बैठ के कोशिश करियो भी इन्हां ते अमल किया जाए, तो बिल्कुल फिर तुहानूं सिख धर्म एक वखरा जिहा धर्म नज़र आएगा। मैनूं इदां लगदा भी दूजे धर्मां दे कंपीटीशन विच, दूजे धर्मां दे पैरलल असी एक ਚੱਲਣ ਦੇ उस रूप ਦੇ ਵਿੱਚ ही कई गल्लां ऐसियां ਜਿਹੜੀਆਂ शायद वाजिब ही नहीं सन, वो साडी जिंदगी ਦਾ ਸਾਡੇ इस पंथ का हिस्सा बनदियां तुरियां गईयां। नहीं तो हुण तक तो सारी दुनिया ने सिख बन जाना सी भाई। असी एक साखी सुनी है कि चंगे बंदियां नूं गुरु नानक साहब कहते जी तुसीं उजड़ो, माड़ियां नूं कहते जी वसदे रहो। मैं 84 तो बाद भी सोचता सी, अज भी सोच रहा सी, जदों पंजाब च खेतीबाड़ी का किसानां का मसला खड़ा होया कि शायद अज भी सानू गुरु कह रहा है कि तुसी उठो, निकलो, तुहाडा किसी एक धरती नाल लगाओ नहीं हैगा। ये सारी धरती तुहाडी है। अगर 1984 तो पहला तुसी बाहर ना आए होंदे तो की तुसी सोचते भी सिक्खी बच सकती सी? ये तो बाहर की सिक्खी ने
ਇੰਡੀਆ ਗੌਰਮੈਂਟ ਹਲਾਈ। ਉਹ ਜਦੋਂ ਬਾਹਰ ਤੁਰਦੇ ਸੀ ਤੇ ਪਹਿਲਾਂ ਸੋਚਦੇ ਸੀ ਵੀ ਅੱਗੋਂ ਵੀ ਟੱਕਰਨਗੇ ਸਾਨੂੰ। ਹੁਣ ਵੀ ਤੁਸੀਂ ਵੇਖੋ ਜਿੰਨਾ ਪ੍ਰੈਸ਼ਰ ਹੈ ਬਾਹਰ ਤੋਂ ਹੈ। ਔਰ ਬਾਹਰ ਆ ਕੇ ਤੁਸੀਂ ਦੁਨੀਆ ਨੂੰ ਦੱਸਿਆ, ਅੱਜ ਦੁਨੀਆ ਖੁਦ ਮੰਨਦੀ ਹੈ, ਲੋਕਾਂ ਨੇ ਤੁਹਾਨੂੰ ਵੇਖਿਆ ਕੋਵਿਡ ਦੇ ਇਸ ਟਾਈਮ ਦੇ ਵਿੱਚ ਕਿ ਤੁਸੀਂ ਸਟੋਰੇਜ ਕਰਨ ਵਾਲੇ ਨਹੀਂ ਹੋ, ਤੁਸੀਂ ਸ਼ੇਅਰ ਕਰਨ ਵਾਲੇ ਹੋ। ਤੁਸੀਂ ਡਰ ਕੇ ਅੰਦਰ ਬਹਿਣ ਵਾਲੇ ਨਹੀਂ ਹੋ, ਤੁਸੀਂ ਲੋਕਾਂ ਦਾ ਦੁੱਖ ਵੰਡਾਉਣ ਵਾਲੇ ਹੋ। ਮੈਂ ਫਿਰ ਬੇਨਤੀ ਕਰਾਂ, ਇਹ ਜਿਹੜਾ ਸਾਡਾ ਅਰਦਾਸ ਦਾ ਸ਼ਬਦ ਹੈ ਨਾ, ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਸਾਡੀ ਅਰਦਾਸ ਨਹੀਂ ਹੈ, ਇਹ ਸਾਡਾ ਪ੍ਰਿੰਸੀਪਲ ਹੈ। ਇੱਥੇ ਅਸੀਂ ਗਲਤੀ ਖਾ ਗਏ। ਅਸੀਂ ਇਹਨੂੰ ਸੋਚਿਆ ਵੀ ਸਾਡੀ ਅਰਦਾਸ ਹੈ, ਅਰਦਾਸ ਸਭ ਮੰਨਣ ਤੋਂ ਬਾਅਦ ਅਸੀਂ ਫਰੀ ਹੋ ਗਏ ਵੀ ਚਲੋ ਰੱਬ ਨੂੰ ਕਹਿ ਦਿੱਤਾ, ਆਪੇ ਕਰੇਗਾ। ਅਸੀਂ ਉਸ ਤੋਂ ਬਾਅਦ ਆਪ ਆਪਣੇ ਆਪ ਨੂੰ ਵਿੱਚੋਂ ਬਾਹਰ ਕੱਢ ਲਿਆ ਵੀ ਨਹੀਂ, ਹੁਣ ਉਹਦਾ ਕੰਮ ਹੈ, ਆਪੇ ਸਰਬੱਤ ਦਾ ਭਲਾ ਕਰੇਗਾ। ਇੱਕ ਬੰਨੇ ਤੁਸੀਂ ਕਹਿੰਦੇ ਵੀ ਖਾਲਸਾ ਕਾਲ ਪੁਰਖ ਕੀ ਫੌਜ ਹੈ, ਤੇ ਫੌਜ ਦਾ ਕੰਮ ਤਾਂ ਭਾਈ ਲਾਅ ਐਂਡ ਆਰਡਰ ਜਿਹੜਾ ਉਹਨੂੰ ਮੇਨਟੇਨ ਕਰਨਾ ਹੈ। ਮੁਲਕ ਦੀਆਂ ਹੱਦਾਂ ਦੀ ਰਾਖੀ ਤਾਂ ਫੌਜ ਨਹੀਂ ਕਰਨੀ, ਹੋਰ ਕਿਹਨੇ ਕਰਨੀ ਹੈ। ਜਦੋਂ ਕੋਈ ਆਪਦਾ ਆਏਗੀ, ਜਦੋਂ ਕੋਈ ਮੁਸੀਬਤ ਆਏਗੀ, ਜਦੋਂ ਕੋਈ ਔਖਾ ਵੇਲਾ ਆਏਗਾ, ਤੇ ਫਿਰ ਕੌਣ ਹੈ ਜਿਹਨੇ ਉਸ ਵੇਲੇ ਦੇਸ਼ ਦੀ ਸੰਭਾਲ ਕਰਨੀ ਹੈ? ਉਹ ਤਾਂ ਫੌਜ ਨਹੀਂ ਕਰਨੀ ਹੈ। ਇਹ ਸਾਡਾ ਪ੍ਰਿੰਸੀਪਲ ਹੈ। ਇਸੇ ਕਰਕੇ ਕਹਿਣ ਤੋਂ ਬਾਅਦ ਮੱਥਾ ਟੇਕਿਆ ਜਾਂਦਾ ਵੀ ਹੇ ਗੁਰੂ ਨਾਨਕ, ਜਿਹੜਾ ਤੂੰ ਸਿਧਾਂਤ ਦਿੱਤਾ, ਅਸੀਂ ਉਸ ਸਿਧਾਂਤ ਨੂੰ ਮੱਥਾ ਟੇਕਦੇ, ਨਮਸਕਾਰ ਕਰਦੇ ਹਾਂ। ਔਰ ਉੱਥੋਂ ਫਿਰ ਸਾਡੀ ਸਿੱਖੀ ਸ਼ੁਰੂ ਹੁੰਦੀ ਹੈ ਕਿ ਅਸੀਂ ਜੋ ਵੀ ਕਰਨਾ ਹੈ ਉਹਦੇ ਵਿੱਚ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਵੀ ਇਹਦੇ 'ਚ ਕਿਸੇ ਦਾ ਬੁਰਾ ਤਾਂ ਨਹੀਂ, ਕਿਸੇ ਦਾ ਨੁਕਸਾਨ ਤਾਂ ਨਹੀਂ। ਸਾਡਾ ਇਹ ਸਿਧਾਂਤ ਨਹੀਂ ਹੈ ਵੀ ਇੱਕ ਪਾਸੇ ਲੁੱਟ ਲਓ ਤੇ ਦੂਜੇ ਪਾਸੇ ਦਾਨ ਕਰ ਦਿਓ ਤੁਸੀਂ। ਇਹ ਧਰਮ ਸਾਡਾ ਨਹੀਂ ਹੈ। ਸਾਡਾ ਧਰਮ ਸ਼ੁਰੂ ਹੀ ਇੱਥੋਂ ਹੁੰਦਾ ਹੈ ਕਿ ਤੁਹਾਡੀ ਹਰ ਕਰਨੀ, ਤੁਹਾਡੀ ਹਰ ਐਕਟੀਵਿਟੀ ਜਿਹੜੀ ਹੈ, ਤੁਹਾਡੀ ਹਰ ਸੇਵਾ ਜਿਹੜੀ ਹੈ, ਉਹਦੇ ਵਿੱਚ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਮੇਰੇ ਕੰਮ ਦੇ ਨਾਲ ਕਿਸੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ। ਇਸ ਕਰਕੇ ਸਿੱਖ ਜਿਹੜਾ ਹੈ, ਤੁਸੀਂ ਵੇਖ ਲਓ ਕਿ ਕਿਸੇ ਵੀ ਕੰਟਰੀ ਚਲਾ ਜਾਏ, ਕਿਤੇ ਵੀ ਚਲਾ ਜਾਏ, ਦੁਨੀਆ ਭਰ ਦੇ ਵਿੱਚ ਹਰ ਥਾਂ ਤੇ ਦੁਨੀਆ ਸਿੱਖ ਦਾ ਮਾਣ ਕਰਦੀ ਹੈ। ਕੱਲਾ ਸਾਨੂੰ ਸਿੱਖ ਹੋਣ ਦਾ ਪ੍ਰਾਊਡ ਨਹੀਂ ਹੈ, ਦੁਨੀਆ ਨੂੰ ਵੀ ਪ੍ਰਾਊਡ ਹੈ ਕਿ ਭਾਈ ਸਾਡੇ ਵਿੱਚ ਸਿੱਖ ਹੈਗੇ ਨੇ। ਆਪਾਂ ਸਾਰੇ ਯਤਨ ਕਰੀਏ, ਪਹਿਲਾਂ ਗੁਰੂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਹੁਣ ਸਾਡੇ ਲਈ ਤਾਂ ਗੁਰੂ ਨਾਨਕ ਕੀ ਹੈ, ਕਿਸੇ ਲਈ ਤਾਂ ਗੁਰੂ ਨਾਨਕ ਨਿੱਕਾ ਜਿਹਾ ਹੈ ਕਿਉਂਕਿ ਉਹਨੇ ਲੌਕਟ ਬਣਾ ਕੇ ਗਲ 'ਚ ਪਾਇਆ ਹੋਇਆ ਹੈ। ਕਿਸੇ ਲਈ ਥੋੜ੍ਹਾ ਜਿਹਾ ਵੱਡਾ ਹੈ, ਉਹਨੇ ਘਰ ਦੇ ਵਿੱਚ ਅਗਲੇ ਬੰਨੇ ਉਹ ਸ਼ੀਸ਼ੇ ਦੀ ਫਰੇਮ ਜੀ ਕਰਕੇ ਰੱਖਿਆ ਹੋਇਆ ਹੈ। ਕਿਸੇ ਦੇ ਘਰ ਥੋੜ੍ਹਾ ਜਿਹਾ ਹੋਰ ਗੁਰੂ ਨਾਨਕ ਵੱਡਾ ਹੈ, ਉਹਨੇ ਕੋਈ ਕੰਧ 'ਤੇ ਤਸਵੀਰ ਲਾਈ ਹੋਈ ਹੈ। ਕਿਸੇ ਦਾ ਹੋਰ ਥੋੜ੍ਹਾ ਜਿਹਾ ਵੱਡਾ ਹੈ, ਉਹਨੇ ਦੀਵਾਰ ਦੇ ਵਿੱਚ ਉਹ ਮੂਰਤੀ ਜੀ ਸਥਾਪਿਤ ਕੀਤੀ ਹੋਈ ਹੈ। ਪਰ ਸ਼ਾਇਦ ਸਾਨੂੰ ਇਹ ਨਹੀਂ ਪਤਾ ਕਿ ਜਿਹੜਾ ਗੁਰੂ ਨਾਨਕ ਹੈ ਉਹ ਸਭ ਤੋਂ ਵੱਡਾ ਸਤਿਗੁਰੂ ਨਾਨਕ, ਉਹ ਤਾਂ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਹੈ। ਮੈਂ ਫਿਰ ਬੇਨਤੀ ਕਰਾਂ, ਅਸੀਂ ਗੁਰੂ ਨਾਨਕ ਨੂੰ ਵੱਡਾ ਤੇ ਗੁਰੂ ਨਾਨਕ ਦੀ ਵਡਿਆਈ ਨੂੰ ਵੱਡਾ ਅਸੀਂ ਆਪਣੀ ਅਕਲ ਮੁਤਾਬਕ ਮਾਪਣਾ ਤੋਲਣਾ ਸ਼ੁਰੂ ਕੀਤਾ ਹੋਇਆ ਹੈ। ਤੇ ਜਦੋਂ ਅਸੀਂ ਸਮਝਣ ਜਾਵਾਂਗੇ ਤੇ ਫਿਰ ਸਮਝ ਆਏਗੀ। ਅੱਜ ਕੱਲ੍ਹ ਨਾ ਗੁਰੂ ਨਾਨਕ ਸਾਹਿਬ ਦੀ ਕਥਾ ਆਉਂਦੀ ਹੈ ਬੰਗਲਾ ਸਾਹਿਬ ਤੋਂ, ਜੇ ਤੁਹਾਡੇ ਕੋਲ ਸਮਾਂ ਹੋਵੇ ਤੇ ਜ਼ਰੂਰ ਸੁਣੋ। YouTube ਤੇ ਵੀ ਹੈ, Facebook ਤੇ ਵੀ ਹੈ, TV ਤੇ ਵੀ ਆਉਂਦੀ ਹੈ। ਮਤਲਬ ਇੱਕ ਵਕਤ ਸੀ ਜਦੋਂ ਮਦੀਨੇ ਔਰ ਮੱਕੇ ਵਿੱਚ ਸਤਿਗੁਰੂ ਦੀਆਂ ਖੜਾਵਾਂ ਦੀ ਵੀ ਪੂਜਾ ਹੋਈ ਹੈ। ਉਹ ਏਡਾ ਵੱਡਾ ਸਤਿਗੁਰੂ ਸੀ ਕਿ ਗੜ ਬਗਦਾਦ ਨਵਾਏ ਕੈ ਮੱਕਾ ਕਾਬਾ ਆਣ ਨਵਾਇਆ। ਉਸ ਵਕਤ ਦੇ ਜਿਹੜੇ ਵੱਡੇ ਵੱਡੇ ਧਾਰਮਿਕ ਪੁਰਖ ਸੀਗੇ ਉਹਨਾਂ ਨੂੰ ਕਹਿਣਾ ਪਿਆ,
सिद्ध बोलन शुभ वचन धन नानक तेरी वड्डी कमाई। पर एडे वड्डे सतगुरु की एडी वड्डी गल जे आपां कहीए जी साडी समझ विच किवें आ सकदी है, मैं कहना ये उस तो भी वड्डी वड्याई है कि सतगुरु ने जदों सानू समझाउण लगे तो बिल्कुल सधारण तरीके विच सानू तीन गल्लां उन्होंने कह दित्तियां कि भाई तू किरत करनी है, तू नाम जपना है, तू वंड छकना है, तू स्टोरेज नहीं करनी, तू कोई बेईमानी नाल इकट्ठा नहीं करना, तू जिस रब की इबादत करनी है ये चेता रखियो सारियां विच है। तेनू मखलूक नाल प्यार करना होएगा, तू नफरत करेगा तो उसकी इबादत नहीं हो सकेगी तेरे को। फिर तू किरती बनना है, तू खुद कमा के खाना है, इस करके ना तेनू मंग के खाण की लोड़ है, ना तेनू लुट के खाण की लोड़ है। हुण ये एक ऐसे मौलिक सिद्धांत ने जिथे जिथे भी तुसी कदे भी किसी को दस्यो भी सिखां दे विच आ 6 गल्लां जिहड़ियां ने, हर बंदा कहेगा भी नहीं ऐसा तो असीं तां ये फिर तुहाडे च ही, होर तां किते नहीं हैगा। नहीं तो हुंदा की सीगा, मलक भागो वर्गे सारा साल लुटते रहंदे सी ते एक दिन ब्रह्म भोज कर दिंदे सी। सतगुरु ने नहीं प्रवान किया, आख्या नहीं। जोगी रिधियां सिद्धियां लैके पहाड़ां ते बैठे सी, सतगुरु ने नहीं प्रवान किया। सतगुरु कहन लगे इन्हां शक्तियां दी की लोड़ है। लोड़ तो इस गल दी सी कि तुसी आप किरती बनदे। हुण इन्हां मुल्कां दे विच आके मैं जदों भी आवां मैं उदों ही बेनती करदा कि तुसी एक वचन गुरु नानक साहब दा मन्निया कि इत्थे आए हो, सारे काम करदे हो ते तुहाडे कोले हर जिंदगी दा सुख, हर जिंदगी दी सहूलत है। बस फर्क इन्ना ही कि उही बच्चा जो पंजाब च सीगा तां कुछ नहीं सी करदा, पर जिवें ही वो अमेरिका की धरती ते उतरदा है वो काम करना शुरू करता है। काम करना शुरू करने नाल की है, घर की तकदीर बदलनी शुरू हो जाती है, उस बंदे की अपनी तस्वीर बदलनी शुरू हो जाती है। जिन्होंने घर दे भी कहते सी भी निकम्मा है, ये वेलड़ है, हुण उस बच्चे ते सारी रिश्तेदारी भी प्राउड करना शुरू कर देंदी है। अजे एक वचन मन्ने असीं सारिਆਂ ने कि गुरु नानक साहब ने कहा सी भी काम करना है, किरत करनी है, पर गलती इत्थे हो गई भी असीं पंजाब तो बाहर निकल के कीती है, किते उत्थे बह के कर लेंदे तो शायद उस धरती का भी भला हो जाता। तो जे किते इहदे नाल असीं 2 अगलियां गल्लां मान लईए, नाम जपण वालियां, वंड छकण वालियां। हुण कोविड दे विच आपां सारे मनदे हैं कि कोई बिजनेस नहीं सी, पर मैं तुहाडे कोल सामने बैठा, असीं 40-45 करोड़ रुपया इकट्ठा किया, जदों कि लोकां कोल धंधा ही नहीं सी, काम ही नहीं सी हैगा, सब दुनिया वेली बैठी सी, पर उहदे विच 5-7 करोड़ तो इत्थों बाहरों गया है। बिना काम तो जदों असीं वंड के छके है तो दुनिया ने कहा कि नहीं सिख हर देश विच होने चाहिए ने तो गुरुद्वारा हर शहर च होना चाहिए। जे तुसी वंड के छकिया उहदी वडियाई भी वेख ली है, जे तुसी किरत कीती है तो उहदी अपनी जिंदगी विच तुसी कमाई भी वेख ली है। भाई अजे एक पक्ष अजे रहिंदा है साडा, जे असीं वो भी कर लीए कि उस रूप दे विच असीं उस परमात्मा की इबादत करिए। हुण ते मैनूं खिमा करना, असीं इत्थे क पहुंचे भी किहड़ा पाठ किन्ने दिन करना चाहिए। ये नाम जपना नहीं है, किहड़ा पाठ किन्ने दिन करना चाहिए तो किहड़े गुरुद्वारे किन्ने दिन जाना चाहिए। सिक्खी इत्थे रुकी हुई है, नहीं तो सिख ने तो भाई पाठ भी रोज़ करना है तो गुरुद्वारे भी रोज़ जाना है, तो कहण दी पुछण दी की लोड़ सी। तो जे 2 गल्लां अज साडे विच भारू हो गई तो किते ना किते मन लेना चाहिए सानू कि असीं इस नाम जपण तो बहुत पिछे रह गए सी। चाहिए तो इस भी हर वेले उहदा शुकराना साडे अंदर रहिंदा, हाथ साडे उहदे अगे जुड़े रहंदे कि दाता सब
तेरी कृपा है, तेरी बदौलत है, तेरे करके है। इन एक शब्द प्रवान करना। सतगुरु जी का कोटान कोट शुक्र जिन्हों ने कृपा की है। आप अपनी गोद विच बिठा के दो शब्द बोलने की दात बख्शी। आप संगत का धन्यवाद। तुसी हमेशा प्यार असीस बख्शते हो। मैं धन्यवादी हाँ अपने वड्डे वीर सिक्का साहब का। बड़े लंबे समय तो सतगुरु ने उन्होंने सेवावां बख्शियां ने। भाई मुख्तियार सिंह घुमन जी हर साल की तरह अज भी मैनू आप तुहाडे कोल नाल लैके आए ने। आओ आप सारे रल मिल के अपना अपनियां दा ते सरबत दा जिस सिद्धांत विच भला है असी उसनूं समर्पित हो के सारे कारज करिए। भुल्लां बख्शो जी, फतेह बुलाओ। वाहिगुरू जी का खालसा वाहिगुरू